ਕੱਲ ਮੈਂ ਸੰਦੀਪ ਸ਼ਰਮਾ ਇਸ ਵੇਲੇ ਦੀ ਵੱਡੀ ਅਪਡੇਟ ਨਾਲ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਪਿਛਲੇ 2 ਦਿਨ ਤੋਂ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਕਿ ਰੇਡ ਚੱਲ ਰਹੀ ਸੀ ਪ੍ਰੋਪਰਟੀ ਕਾਰੋਬਾਰੀਆਂ ਦੇ ਨਾਲ ਉਹਦੇ ਨਾਲ ਜਿਹੜਾ MLA ਹੈਗੇ ਆ ਮਨਪ੍ਰੀਤ ਇਆਲੀ ਤੇ ਰੇਡ ਚੱਲ ਰਹੀ ਸੀ। ਸੋ ਮਨਪ੍ਰੀਤ ਇਆਲੀ ਦੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਪ੍ਰੈਮਿਸਿਸ 'ਚੋਂ ਹੁਣੇ ਰੀਸੈਂਟਲੀ ਜਿਹੜਾ ਪੈਰਾ ਮਿਲਟਰੀ ਹੈਗੀ ਆ ਉਹ ਨਿਕਲ ਗਈ ਆ, ਅਫਸਰ ਨਿਕਲ ਗਏ ਆ, ਉਹਨਾਂ ਦੇ ਪ੍ਰੈਮਿਸਿਸ ਨੂੰ ਖਾਲੀ ਕਰ ਦਿੱਤਾ ਗਿਆ। ਇਹ ਸਾਰਾ ਕਿ ਦੱਸਿਆ ਜਾ ਰਿਹਾ। ਹਾਲਾਂਕਿ ਜਿਹੜੇ ਅਧਿਕਾਰੀ ਜਦੋਂ ਨਿਕਲੇ ਤੇ ਉਹ ਆਪਣੇ ਨਾਲ ਇੱਕ ਦੋ ਜਿਹੜੇ ਉਹਨਾਂ ਦੇ EMPLOYEES ਨੂੰ ਲੈ ਕੇ ਗਏ ਆ, ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਲੈ ਕੇ ਗਏ। ਕਿਹਾ ਜਾ ਰਿਹਾ ਕਿ ਉਹ ਜਿਹੜੇ ਫੈਮਿਲੀ ਮੈਂਬਰਸ ਨੂੰ ਆਫੀਸ਼ੀਅਲ ਡਾਕੂਮੈਂਟ ਸਾਈਨ ਕਰਨ ਲਈ ਲੈ ਕੇ ਜਾਇਆ ਗਿਆ। ਇਸ ਤੋਂ ਬਾਅਦ ਜਿਹੜਾ ਮਨਪ੍ਰੀਤ ਸਿੰਘ ਜਿਹੜੇ ਹੈਗੇ ਆ ਇਆਲੀ ਜਿਹੜੇ ਹੈਗੇ ਆ ਉਹ ਪੱਤਰਕਾਰਾਂ ਨਾਲ ਰੂਬਰੂ ਹੋਏ, ਮੀਡੀਆ ਨਾਲ ਰੂਬਰੂ ਹੋਏ ਔਰ ਉਹਨਾਂ ਨੇ ਕਿਹਾ ਕਿ ਇਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਜਿਹੜਾ ਸੈਂਟਰ ਦਾ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਹੜੀ ਉਹਨਾਂ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਉਹਦੇ ਲਈ ਪ੍ਰੈਸ਼ਰ ਵੀ ਕਿਹਾ ਜਾ ਰਿਹਾ ਹੈ। ਜਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬੇਸਿਕਲੀ ਉਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਅਧਿਕਾਰੀਆਂ ਨੂੰ ਉਹਨਾਂ ਤੋਂ ਕੁਝ ਨਹੀਂ ਮਿਲਿਆ। ਉਹ ਆਪਣੇ ਵੱਲੋਂ ਡਾਟਾ ਜਾਂ ਜੋ ਵੀ ਉਹਨਾਂ ਨੇ ਪਿਛਲੇ 36 ਘੰਟਿਆਂ 'ਚ ਉਹਨਾਂ ਦੇ ਪ੍ਰੈਮਿਸਿਸ 'ਚ ਰਹਿ ਕੇ ਚੈਕਿੰਗ ਕਰਨੀ ਸੀ ਉਹ ਕਰ ਲਈ। ਉਹਨਾਂ ਨੇ ਇਹ ਵੀ ਕਿਹਾ ਕਿ ਕਿਤੇ ਨਾ ਕਿਤੇ ਇਸ ਚੀਜ਼ ਨੂੰ ਉਹਨਾਂ ਨੇ ਰਾਜਨੀਤਿਕ ਪ੍ਰੈਸ਼ਰ ਦਾ ਵੀ ਇਸ਼ਾਰਾ ਦਿੱਤਾ, ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮੁੱਲਾਪੁਰ ਵਾਲੇ ਜਿਹੜੇ ਆਫਿਸਿਸ ਸੀਗੇ ਜਿਨ੍ਹਾਂ ਦਾ ਕਾਰੋਬਾਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉੱਥੇ ਵੀ ਜਿਹੜਾ ਫਾਰਮ ਹਾਊਸ 'ਤੇ ਵੀ ਰੇਡਾਂ ਕੀਤੀਆਂ ਗਈਆਂ ਹੈਗੀਆਂ, ਉਹਨਾਂ ਨੂੰ ਵੀ ਉੱਥੇ ਵੀ ਕਾਰਵਾਈ ਹੋਈ ਹੈ। ਫਿਲਹਾਲ ਉਹਨਾਂ ਨੇ ਇਹ ਕਿਹਾ ਕਿ ਆਪਣੇ ਵੱਲੋਂ ਜਿਹੜਾ ਇਆਲੀ ਜੀ ਨੇ ਇਹ ਕਿਹਾ ਕਿ ਕੁਛ ਵੀ ਦਸਤਾਵੇਜ਼ ਨਹੀਂ ਮਿਲੇ। ਉਹ ਜੱਦੀ ਇੱਕ ਜਿੱਥੇ ਜ਼ਮੀਂਦਾਰ ਹੈ ਉੱਥੇ ਜੱਦੀ ਹੁਣ ਕਹਿ ਲਓ ਕਿ ਪਿਛਲੇ 28-30 ਸਾਲ ਤੋਂ ਉਹ ਇੱਕ ਕਲੋਨਾਈਜ਼ਰ ਵੀ ਹੈਗੇ। ਸੋ ਉਹਨਾਂ ਤੋਂ ਜੋ ਵੀ ਰਿਕਾਰਡ ਸੀ ਉਹ ਪਹਿਲਾਂ ਹੀ ਜਿਹੜਾ ਹੈਗਾ ਸਰਕਾਰ ਕੋਲ ਸੀਗਾ, ਇਨਕਮ ਟੈਕਸ ਦੱਸਿਆ ਹੋਇਆ ਸੀ, ਕੋਈ ਵੀ ਇੱਦਾਂ ਦੀ ਚੀਜ਼ਾਂ ਨਹੀਂ ਮਿਲੀਆਂ। ਸੋ ਫਿਲਹਾਲ ਦੂਜੇ ਜਿਹੜੇ ਕਾਰੋਬਾਰੀ ਹੈਗੇ ਆ ਪ੍ਰੋਪਰਟੀ ਕਾਰੋਬਾਰੀ ਉਹਦੇ 'ਤੇ ਰੇਡ ਚੱਲ ਰਹੀ ਹੈ। ਪਰ ਮਨਪ੍ਰੀਤ ਸਿੰਘ ਜਿਹੜੇ ਹੈਗੇ ਮਨਪ੍ਰੀਤ ਇਆਲੀ 'ਤੇ ਜਿਹੜੀ ਹੈਗੀ ਹੈ ਉਹ ਰੇਡ ਇੱਕ ਤਰ੍ਹਾਂ ਦੀ ਖਤਮ ਹੋ ਚੁੱਕੀ ਹੈ, ਜਿਹਦਾ ਉਹਨਾਂ ਨੇ ਖੁਦ ਖੁਲਾਸਾ ਕੀਤਾ। ਹਾਲਾਂਕਿ ਅਧਿਕਾਰੀਆਂ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ, ਪਰ ਜਿਹੜਾ ਇਆਲੀ ਸਾਹਿਬ ਨੇ ਕੀ ਕਿਹਾ ਉਹ ਤੁਹਾਡੇ ਨਾਲ ਰੂਬਰੂ ਤੁਹਾਨੂੰ ਦੱਸਦੇ ਹਾਂ। ਅਤੇ ਤੁਸੀਂ ਵੀ ਦੇਖੋ ਉਹਨਾਂ ਦੇ ਘਰ ਦੇ ਬਾਹਰ ਲੱਗੇ ਉਹਨਾਂ ਦੇ ਜਿਹੜੇ ਸਪੋਰਟਰ ਸਮਰਥਕਾਂ ਦਾ ਨਜ਼ਾਰੇ ਅਤੇ ਮਨਪ੍ਰੀਤ ਸਿੰਘ ਇਆਲੀ ਦੇ ਜੋ ਮੀਡੀਆ ਨਾਲ ਗੱਲਬਾਤ ਕੀ ਉਹਦੀ ਗੱਲਾਂ। जनहितैषी TRP नहीं खरीदते, भरोसा जीतते हैं हम। ਸਮਾਨ ਨਾ ਡਾਕੂਮੈਂਟ ਕੋਈ ਨਹੀਂ ਹੈਗਾ, ਉਹਨਾਂ ਦੇ ਆਪਦੇ ਬੈਗ ਨੇ ਰਹਿਣ ਵਾਲਾ ਹੁੰਦੇ ਲੰਮੀ ਰੇਡ ਹੋਈ ਹੈ, 36 ਘੰਟੇ ਹੋ ਗਏ ਨੇ ਤੁਹਾਨੂੰ ਅੰਦਰ ਰੱਖਿਆ। ਕੀ ਕਹਿਣਾ ਚਾਹੁੰਦੇ ਹੋ? ਫਸਟ ਰਿਐਕਸ਼ਨ ਕੀ ਹੈ ਤੁਹਾਡਾ? ਦੇਖੋ ਆਰਾਮ ਨਾਲ ਕੋਈ ਨਾ, ਟਾਈਮ ਹੀ ਟਾਈਮ ਹੈ। ਦੇਖੋ ਕੱਲ ਸਵੇਰੇ 6 ਵਜੇ ਤੋਂ ਲੈ ਕੇ ਤਕਰੀਬਨ 36-37 ਘੰਟੇ ਇਹਨਾਂ ਨੇ ਸਰਚ ਕੀਤੀ ਆ ਨਾ ਇਨਕਮ ਟੈਕਸ ਡਿਪਾਰਟਮੈਂਟ ਨੇ, ਅਤੇ ਇਹਨਾਂ ਨੂੰ ਕੋਈ ਵੀ ਜਿਹੜੀ ਜੋ ਐਜ਼ ਪਰ ਲਾ ਜਿੰਨਾ ਅਸੀਂ 골ਡ ਰੱਖ ਸਕਦੇ ਉਹਨਾਂ 골ਡ ਸੀਗਾ ਉਹ ਸੀਜ਼ ਨਹੀਂ ਕੀਤਾ, ਸਾਨੂੰ ਦੇ ਗਏ ਨੇ। ਕੈਸ਼ ਜਿੰਨਾ ਅਸੀਂ ਰੱਖ ਸਕਦੇ ਆ ਕਿਉਂਕਿ ਸਾਡਾ ਖੇਤੀ ਦਾ ਕੰਮ ਆ, ਨਾਲ ਲੇਬਰ ਵੱਡੇ ਪੱਧਰ ਤੇ ਕਾਲਜ ਕੰਮ ਕਰਦੀ ਆ, ਬੰਦੇ ਕੰਮ ਕਰਦੇ ਆ, ਉਹ ਜਿੰਨਾ ਕੈਸ਼ ਰੱਖ ਸਕਦੇ ਉਹਨਾਂ ਕੈਸ਼ ਸੀਗਾ। ਉਸ ਤੋਂ ਬਿਨਾਂ ਕੋਈ ਵੀ ਇਹੋ ਜਿਹਾ ਡਾਕੂਮੈਂਟ ਜਿਹੜਾ ਲੀਗਲ ਨਹੀਂ ਸੀਗਾ, ਕਿਉਂਕਿ ਜਿਹੜੀ ਸਾਡੀ ਜਿਹੜੀ ਪ੍ਰੋਪਰਟੀ ਆ ਸਾਡੀ ਇਹ ਜੱਦੀ ਪ੍ਰੋਪਰਟੀ ਆ ਸਾਰੀ, ਹੈ ਨਾ। ਇਸ ਪਿੰਡ ਦੇ ਵਿੱਚ ਜਿਹੜਾ ਇੱਥੇ ਅਸੀਂ ਤਕਰੀਬਨ ਲੰਬੇ ਸਮੇਂ ਤੋਂ ਰਹਿ ਰਹੇ ਹਾਂ। ਇਹ ਜਿਹੜਾ ਪਹਿਲੋਂ ਪਿੰਡ ਦੀ ਪੂਰੀ ਮਾਲਕੀ ਸਾਡੇ ਬਜ਼ੁਰਗਾਂ ਦੀ ਸੀਗੀ। ਇਹ ਪਿੰਡ 1846 ਈਸਵੀ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਪੂਰੇ ਪਿੰਡ ਦੀ ਜ਼ਮੀਨ ਇੱਥੇ ਰਾਜਾ ਸੀ, ਸਿੱਖ ਰਾਜਾ ਰਣਮਹੇਸ਼ ਸਿੰਘ ਐਂਗਲੋ ਸਿੱਖ ਵਾਰ ਤੋਂ ਬਾਅਦ ਇਹ ਦਿੱਤੀ ਗਈ ਸੀ। ਤੇ 1848 'ਚ ਸਾਡੇ ਬਜ਼ੁਰਗਾਂ ਨੇ ਪਿੰਡ ਬੰਨਿਆ ਸੀ। ਸਾ ਗੁਲਾਬ ਸਿੰਘ ਨੇ 3 ਹਿੱਸੇ ਜ਼ਮੀਨ ਲੋਕਾਂ ਨੂੰ ਦੇ ਕੇ ਚੌਥਾ ਹਿੱਸਾ ਜ਼ਮੀਨ ਆਪਣੇ ਕੋਲ ਰੱਖੀ ਸੀ। ਅਤੇ ਇੱਥੇ ਅਸੀਂ ਪਿਛਲੇ ਤਕਰੀਬਨ 7 ਪੀੜ੍ਹੀਆਂ ਤੋਂ ਰਹਿ ਰਹੇ ਹਾਂ। ਇਆਲੀ ਸਾਹਿਬ ਲੈ ਕੇ ਕੀ ਕੁਝ ਦੱਸੋ, ਮੈਂ ਦੱਸ ਦਿੰਦਾ। 7 ਪੀੜ੍ਹੀਆਂ ਦੀ ਵਿਰਾਸਤ ਆ ਸਾਡੇ ਕੋਲੇ, ਜੱਦੀ ਜ਼ਮੀਨ ਆ। ਉਹੀ ਜ਼ਮੀਨ ਜਾਂ ਜੱਦੀ ਆ ਜਾਂ ਵੇਚ ਕੇ ਅੱਗੇ ਜ਼ਮੀਨਾਂ ਖਰੀਦੀਆਂ ਗਈਆਂ ਨੇ, ਠੀਕ ਆ। ਫਿਰ ਅਸੀਂ ਪਿਛਲੇ ਕੁਝ ਟਾਈਮ ਤੋਂ ਰੀਅਲ ਏਸਟੇਟ ਦੇ ਬਿਜ਼ਨਸ 'ਚ ਆਏ ਹਾਂ, ਕਿਉਂਕਿ ਇੱਥੇ ਪਹਿਲਾਂ ਕਲੋਨਾਈਜ਼ਰਾਂ ਨੇ ਕਿਸਾਨਾਂ ਨੂੰ ਬੜਾ ਪਰੇਸ਼ਾਨ ਕੀਤਾ। ਅਤੇ ਹੁਣ ਅਸੀਂ ਜੇ ਕਿਸੇ ਤੋਂ ਜ਼ਮੀਨ ਖਰੀਦਦੇ ਹਾਂ ਉਹ ਅੱਗੇ ਜ਼ਮੀਨ ਵੀ ਲੈ ਕੇ ਦਿੰਦੇ ਹਾਂ, ਉਹਨਾਂ ਨੂੰ ਘਰ ਵੀ ਬਣਵਾ ਕੇ ਦਿੰਦੇ ਹਾਂ, ਪੂਰਾ ਅਗਲੇ ਨੂੰ ਮਦਦ ਕਰਦੇ। ਪਰ ਰਿਸੋਰਸਿਸ ਤੋਂ ਵੱਧ ਜਾਇਦਾਦ ਬਣਾਈ ਹੈ ਨਾ, ਇਸ ਕਰਕੇ ਰੇਡ ਹੋਈ ਹੈ ਨਾ। 1 ਰੁਪਈਏ ਦੀ ਨਹੀਂ, ਰੇਡ 1999 ਵਿੱਚ ਵੀ ਹੋਈ ਸੀਗੀ, 22 ਸਾਲ ਬਾਅਦ ਦੁਬਾਰਾ ਰੇਡ ਹੋਈ ਆ। ਤੇ ਉਦੋਂ ਵੀ 1 ਰੁਪਿਆ ਇਨਕਮ ਟੈਕਸ ਨਹੀਂ ਸੀ ਲੱਗਿਆ, 1 ਰੁਪਈਆ ਵੀ। ਕਿਹੜੀ ਜਗ੍ਹਾ ਤੇ ਤੁਹਾਡੀ ਸਾਡੀ ਦੇਖੋ ਹੁਣ ਵੀ ਇਹਨਾਂ ਨੇ ਸਾਰੀਆਂ ਸਾਈਟਾਂ ਤੇ ਕੀਤੀ ਆ, ਤੇ ਹੁਣ ਵੀ ਜੋ ਸਾਡੀਆਂ ਜਿੰਨੀਆਂ ਜਾਇਦਾਦਾਂ ਨੇ ਸਾਰੀਆਂ ਡਿਕਲੇਅਰਡ ਨੇ।
ਇਨਕਮ ਟੈਕਸ ਕੋ ਡਿਕਲੇਅਰਡ ਨੇ। ਪਹਿਲੀ ਗੱਲ ਤਾਂ ਜਿਹੜੀਆਂ ਅੱਜ ਤੋਂ 22 ਸਾਲ ਪਹਿਲਾਂ ਡਿਕਲੇਅਰਡ ਨੇ, ਜਿਹੜੀਆਂ ਉਦੋਂ ਰੇਡ ਹੋਈ ਸੀ, ਉਸ ਤੋਂ ਬਾਅਦ ਜਿੰਨੇ ਵੀ ਫਾਰਮ ਨੇ ਸਾਡੇ ਉਹ ਸਾਰੇ ਡਿਕਲੇਅਰਡ ਨੇ। ਸੋ ਕੋਈ ਵੀ ਇਹੋ ਜਿਹੀਆਂ ਦੀ ਜਾਇਦਾਦ ਨਹੀਂ। ਤੁਸੀਂ ਛਪਾਇਆ ਕੁਝ ਹੁਣ ਤੱਕ ਕੋਈ ਰਿਟਰਨ ਨਾ ਭਰੀ ਹੋਵੇ, ਕੋਈ ਸਭ- ਪ੍ਰਾਪਰਟੀ ਬਾਰੇ ਨਾ ਦੱਸਿਆ ਹੋਵੇ, ਸਭ ਕੁਛ ਕਿਸੇ ਉਹਨਾਂ ਹੋਰ ਨੂੰ- ਦੇ ਨਾਮ ਹੋਵੇ, ਬੇਨਾਮੀ ਪ੍ਰਾਪਰਟੀ ਸਾਰਾ ਕੁਝ ਉਹਨਾਂ ਨੂੰ ਪਤਾ ਵਾ, ਡਿਕਲੇਅਰਡ ਆ। ਉਹਨਾਂ ਨੂੰ ਕਿਹਾ ਵੀ ਜਿੱਥੇ ਮਰਜ਼ੀ ਸਰਚ ਕਰ ਲਓ। ਮੈਂ ਤਾਂ ਪਹਿਲਾਂ ਵੀ, ਅੱਜ ਤੋਂ ਕਈ ਸਾਲ ਪਹਿਲਾਂ ਵੀ ਉਦੋਂ ਵੀ ਕਿਹਾ ਸੀ ਵੀ ਸਾਡੀ ਜਦੋਂ ਮਰਜ਼ੀ ਸਰਚ ਕਰੋ, ਪੜਤਾਲ ਕਰੇ, ਜਿਹੜਾ ਮਰਜ਼ੀ ਡਿਪਾਰਟਮੈਂਟ ਕਰੇ, ਕਿਉਂਕਿ ਬੜਾ ਸਾਫ਼ ਸੁਥਰਾ ਕੰਮ ਆ। ਬਿਹੇਵੀਅਰ ਕਿਸ ਤਰ੍ਹਾਂ ਦਾ ਸੀ ਜਿਹੜੀ ਟੀਮ ਆਈ? ਨਹੀਂ ਠੀਕ ਰਿਹਾ, ਉਹਨਾਂ ਵੱਲੋਂ ਪੂਰਾ ਸਹਿਯੋਗ ਸੀਗਾ। ਖਤਮ ਹੋ ਗਈ ਕਿ ਹਾਲੇ ਵੀ ਕਿਸੇ ਨਹੀਂ, ਆਲਮੋਸਟ ਇੱਥੋਂ ਸਾਡੇ ਨਾ ਆਫਿਸ ਦੇ ਕੁਝ ਡਾਕੂਮੈਂਟ ਉੱਥੇ ਜਿੰਨੇ ਲੀਗਲ ਡਾਕੂਮੈਂਟ ਆ ਸਾਡੇ ਨਾ, ਉਹ ਸਾਰੇ ਆਫਿਸ 'ਚ ਪਏ ਹੁੰਦੇ ਆ, ਜਿਹੜੇ ਆਲਰੇਡੀ ਇਹਨਾਂ ਕੋਲ ਸਬਮਿਟ ਕੀਤੇ ਹੋਏ ਨੇ ਸਾਡੇ। ਤੁਹਾਨੂੰ ਲੱਗਦਾ ਕੋਈ ਸਾਜ਼ਿਸ਼ ਹੈ? ਕੀ ਕਾਰਨ ਕੀ ਹੈ ਇਸ ਰੇਟ ਦੇਖੋ, ਦਾ? ਇਹ ਸੈਂਟਰ ਸਰਕਾਰ ਦਾ ਡਿਪਾਰਟਮੈਂਟ ਹੈਗਾ ਜੀ। ਸੋ ਇਹ ਥੋੜਾ ਮੋਟਾ ਜਿਹੜੇ ਅਸੀਂ ਦੇਖੋ ਕਿਸਾਨ ਅੰਦੋਲਨ ਨਾਲ ਜੁੜੇ, ਕਿਸਾਨ ਆ, ਅਸੀਂ ਕਿਸਾਨੀ ਨਾਲ ਜੁੜੇ ਹੋਏ ਆ ਨਾ। ਜੋ ਕੁਝ ਵੀ ਸਾਡੇ ਕੋਲ ਹੈਗਾ ਕਿਸਾਨੀ ਕਰਕੇ ਆ, ਕਿਉਂਕਿ ਕਿਸਾਨੀ ਨਾਲ ਬਜ਼ੁਰਗ 7 ਪੀੜ੍ਹੀਆਂ ਤੋਂ ਜੁੜੇ ਹੋਏ ਸੀਗੇ। ਉਹ ਜ਼ਮੀਨਾਂ ਉਹਨਾਂ ਨੇ ਜਿਹੜੀਆਂ ਸੰਭਾਲੀਆਂ, ਉਹ ਜ਼ਮੀਨਾਂ ਅੱਗੇ ਸਾਡੇ ਕੋਲ ਆਈਆਂ, ਤੇ ਉਹਨਾਂ ਜ਼ਮੀਨਾਂ ਕਰਕੇ ਉਹ ਸ਼ਹਿਰ ਦੇ ਵਿੱਚ ਆ ਗਈਆਂ, ਅੱਜ ਮਹਿੰਗੀਆਂ ਹੋ ਗਈਆਂ, ਤਾਂ ਅਸੀਂ ਉਹਨਾਂ ਨੂੰ ਸੰਭਾਲ ਰਹੇ ਹਾਂ। ਸਾਰਾ ਪਿੰਡ ਦੀ। ਨਹੀਂ, ਪਰ ਰਿਆਲੀ ਸਾਹਿਬ ਸਵਾਲ ਉਹੀ ਹੈ ਕਿ ਤੁਸੀਂ ਕਹਿ ਰਹੇ ਹੋ ਕਿਸਾਨ ਅੰਦੋਲਨ ਦਾ ਸਾਥ ਦਿੱਤਾ। ਕਿਸਾਨ ਅੰਦੋਲਨ ਦਾ ਸਾਥ ਤਾਂ ਹੋਰ ਬਹੁਤ ਸਾਰੇ ਲੋਕਾਂ ਨੇ ਦਿੱਤਾ। ਨਹੀਂ, ਚਲੋ ਉਹਨਾਂ ਦੇ ਉਹ ਦੱਸ ਜਾਣਗੇ, ਮੈਂ ਤੁਹਾਨੂੰ ਦੱਸਦਾ ਵੀ ਸੈਂਟਰ ਦਾ ਡਿਪਾਰਟਮੈਂਟ ਹੈ, ਇਸੇ ਕਰਕੇ ਹਰਾਸ ਕਰ ਰਹੇ ਨੇ। ਹੋਰ ਕੀ ਗੱਲ ਆ? ਹੋਰ ਤੇ ਕੀ ਹੈ? ਇਹ ਤਾਂ ਕੁਝ ਵੀ ਨਹੀਂ ਹੈਗਾ। ਤੁਸੀਂ ਇਲਾਕੇ 'ਚ ਕਾਫੀ ਮਦਦ ਕੀਤੀ ਆ ਕਿਸਾਨਾਂ ਦੀ। ਨਹੀਂ, ਮੈਂ ਅੱਗੇ ਵੀ ਕੀਤੀ ਆ। ਅਸੀਂ ਹਰ ਕਿਸਾਨ ਜਿਹਦੀ ਸਾਡੇ ਇਲਾਕੇ ਦੇ ਵਿੱਚ ਉੱਥੇ ਕੋਈ ਸ਼ਹੀਦ ਹੋਇਆ, ਉਹਨਾਂ ਦੀ ਮਦਦ ਵੀ ਕੀਤੀ ਆ। ਕੋਈ ਬਿਮਾਰ ਹੋਇਆ, ਉਹਦੀ ਮਦਦ ਵੀ ਕੀਤੀ ਆ। ਤੇ ਆਉਣ ਵਾਲੇ ਸਮੇਂ 'ਚ ਵੀ ਡਟ ਕੇ ਕਿਸਾਨਾਂ ਦੀ ਮਦਦ ਕਰਾਂਗੇ, ਕਿਉਂਕਿ ਅਸੀਂ ਕਿਸਾਨੀ ਤੋਂ ਬਣੇ ਹੋਏ ਆ ਨਾ, ਅਸੀਂ ਕਿਸਾਨੀ ਨਾਲ ਜੁੜੇ ਹੋਏ ਆ। ਮੈਂ ਨਹੀਂ, ਸਾਡਾ ਸਾਰਾ ਪਿੰਡ ਇਹ ਠੀਕ ਆ। ਸਾਡਾ ਇਹੋ ਜਿਹਾ ਪਿੰਡ ਆ ਵੀ ਇਹ ਲੋਕਾਂ ਨੇ ਪੈਰ ਨਹੀਂ ਛੱਡੇ। ਜ਼ਮੀਨਾਂ ਬੜੀਆਂ ਮਹਿੰਗੀਆਂ ਹੋਈਆਂ ਪਿਛਲੇ ਤਕਰੀਬਨ 28 ਸਾਲ ਤੋਂ। 1994 ਦੇ ਵਿੱਚ ਇਹ ਜਿਹੜੀ ਜ਼ਮੀਨਾਂ ਸ਼ਹਿਰ ਦੇ ਵਿੱਚ ਆਈਆਂ, ਉਦੋਂ ਤੋਂ ਲੈ ਕੇ 28 ਸਾਲਾਂ ਤੋਂ ਅਸੀਂ ਜਿਹੜੀਆਂ ਜ਼ਮੀਨਾਂ ਨੂੰ ਵੇਚ ਕੇ ਅੱਗੇ ਜ਼ਮੀਨਾਂ ਲੈਂਦੇ ਰਹੇ ਹਾਂ। ਰਿਆਲੀ ਸਾਹਿਬ ਲੈ ਕੇ ਕੀ ਕੁਝ ਗਏ ਨੇ? ਕੁਝ ਨਹੀਂ ਹੈਗਾ, ਡਾਕੂਮੈਂਟਸ, ਕੋਈ ਗਹਿਣੇ, ਕੋਈ ਨਹੀਂ ਦੇ ਕੇ, ਉਹ ਵੀ ਦੇ ਕੇ ਪੈਸੇ, ਕੈਸ਼, ਜਿਹੜਾ ਉਹ ਸਾਰਾ ਕੁਝ ਜੋ ਵੀ ਸਾਨੂੰ ਦੇ ਕੇ ਗਏ ਨੇ, ਗਹਿਣੇ ਵੀ ਸਾਨੂੰ ਦੇ ਕੇ ਗਏ ਨੇ, ਸਾਰਾ ਕੁਝ ਸਾਨੂੰ ਦੇ ਕੇ ਗਏ ਨੇ। ਉਹਨਾਂ ਨੇ ਪਤਾ ਕੀ ਆ, ਹਰ ਡਾਕੂਮੈਂਟ ਜਿਹੜਾ ਹੁੰਦਾ, ਦੇਖੋ ਸਾਡੇ ਫੋਨ ਦੇ ਵਿੱਚ ਉਹ ਸਰਚ ਕਰਦੇ ਆ, ਉਹਨੂੰ ਡਾਊਨਲੋਡ ਕਰਦੇ ਆ, ਉਹਨੂੰ ਇੱਕ ਇੱਕ ਚੀਜ਼ ਨੂੰ ਫਿਰ ਪੁੱਛਦੇ ਆ, ਉਹਨੂੰ ਦੱਸ ਦਿੰਦਾ ਸਾਰਾ ਜਵਾਬ। ਇਸ ਕਰਕੇ ਉਹਨਾਂ ਨੇ 골ਡ ਵੀ ਸਾਰਾ ਦੇ ਕੇ ਗਏ ਨੇ, ਅਤੇ ਕੋਈ ਸਾਡਾ ਬੈਂਕ ਅਕਾਊਂਟ ਵੀ ਨਹੀਂ ਸੀਜ਼ ਕੀਤਾ ਉਹਨਾਂ ਨੇ, ਕਿਉਂਕਿ ਆਲਰੇਡੀ ਸਾਰਾ ਕੁਝ ਡਿਕਲੇਅਰ ਸੀ। ਉਹ ਤਾਂ ਜੇ ਤੁਹਾਡੇ ਕੋਲ ਕੋਈ ਉਦਾਂ ਦੀ ਗੱਲ ਮਿਲੇ, ਉਹ ਤਾਂ ਹੀ ਫਿਰ ਸੀਜ਼ ਕਰਦੇ ਆ ਨਾ। ਕੁਝ ਟ੍ਰਾਂਜੈਕਸ਼ਨਾਂ ਸੀ ਇਸ ਤਰ੍ਹਾਂ ਦੀਆਂ? ਕੋਈ ਟ੍ਰਾਂਜੈਕਸ਼ਨ ਕੋਈ ਕਿਤੋਂ ਦੀ ਕੁਝ ਨਹੀਂ ਹੈਗਾ। ਉਹਨਾਂ ਨੂੰ ਕਹਿੰਦਾ ਇਸੇ ਕਰਕੇ ਉਹ ਸੀਜ਼ ਅਕਾਊਂਟ। ਤੁਹਾਨੂੰ ਡਰ ਹੈ? ਤੁਹਾਨੂੰ ਡਰ ਹੈ ਕਿਸੇ ਗੱਲ ਦਾ? ਕੋਈ ਡਰ ਨਹੀਂ ਹੈਗਾ, ਕੋਈ ਡਰ ਨਹੀਂ। ਤਾਂ ਹੀ ਅਸੀਂ ਕਹਿੰਦਾ, ਅਸੀਂ ਅੱਗੇ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਤਾਂ 22 ਸਾਲ ਪਹਿਲਾਂ ਵੀ ਹੋਈ ਸੀ ਜੀ। ਉਦੋਂ ਸਰਚ ਵੀ ਹੋਈ, ਉਦੋਂ ਸਰਚ ਦਿੱਲੀ ਤੋਂ ਹੋਈ ਸੀਗੀ, ਟੀਮ ਵੀ ਦਿੱਲੀ ਤੋਂ ਆਈ ਸੀਗੀ 22 ਸਾਲ ਪਹਿਲਾਂ। ਅਤੇ ਉਦੋਂ ਵੀ ਸਾਰਾ ਕੇਸ ਅਸੀਂ 1 ਰੁਪਿਆ ਵੀ ਟੈਕਸ ਨਹੀਂ ਸੀ ਭਰਿਆ, ਕਿਉਂਕਿ ਸਾਡੇ ਕੋਲ ਜੱਦੀ ਜਾਇਦਾਦ ਆ। ਅੱਜ ਵੀ ਉਹੀ ਜਾਇਦਾਦ ਆ ਜਿਹੜੀ ਉਹਨਾਂ ਨੂੰ ਅੱਗੇ ਅਸੀਂ ਜਿਹੜੀ ਵੇਚ ਕੇ ਅੱਗੇ ਲੈ ਲਈਆਂ ਨੇ, ਉਹ ਤਾਂ ਅਸੀਂ ਸਾਰਾ ਕੁਝ ਡਿਕਲੇਅਰਡ ਆ। ਲੰਮਾ ਸਮਾਂ ਚੱਲਣ ਦਾ ਕਾਰਨ ਕੀ ਹੈ? ਦੇਖੋ, ਇੰਨਾ ਟਾਈਮ ਪਤਾ ਕੀ ਆ ਇਹਦੇ ਵਿੱਚ ਕੀ ਆ, ਉਹਨਾਂ ਦੀ ਫਾਰਮੈਲਿਟੀਜ਼ ਹੀ ਇੰਨੀਆਂ ਹੁੰਦੀਆਂ ਨੇ। ਹੁਣ ਇੱਕ ਫੋਨ ਆ, ਜਿਹੜੇ ਅੱਜ ਸਾਰਿਆਂ ਕੋਲ ਫੋਨ ਨੇ, ਉਹ ਫੋਨ ਦਾ ਡਾਟਾ ਫਿਰ ਉਹਨੂੰ ਡਾਊਨਲੋਡ ਕਰਨ ਨੂੰ 2-3 ਘੰਟੇ ਲੱਗ ਜਾਂਦੇ ਆ। ਜੀ। ਜਿਵੇਂ ਅਸੀਂ ਤਾਂ ਆਪਣਾ ਜਾ ਕੇ ਰਾਤ ਨੂੰ ਉੱਧਰ ਸੌਂ ਗਏ ਸੀਗੇ, ਉਹ ਇੱਥੇ ਗੈਸਟ ਹਾਊਸ 'ਚ ਬੈਠੇ, ਉਹ ਆਪਦਾ ਡਾਟਾ ਸਰਚ ਕਰ ਕੀ ਕਰਨਾ ਹੈ ਹੀ ਨਹੀਂ ਕੋਈ, ਉਹ ਕਰਨਾ ਕੀ ਆ। ਸੋ ਡਾਟਾ ਉਹਨਾਂ ਨੇ ਸਾਰਾ ਲੈ ਕੇ ਜਾਣਾ ਹੁੰਦਾ, ਡਾਟੇ ਵਿੱਚ ਕੀ ਕੁਝ ਵੀ ਨਹੀਂ ਹੈਗਾ, ਉਹਦੇ ਵਿੱਚ ਵੀ ਕੁਝ ਨਹੀਂ ਨਿਕਲਿਆ। ਕੀ ਕਹਿਣਾ ਚਾਹੁੰਦੇ? ਤੁਹਾਡੇ ਸਮਰਥਕ ਤੁਹਾਡੇ ਆਏ, ਕਾਫੀ ਪਰੇਸ਼ਾਨ ਸੀਗੇ ਕੱਲ ਤੋਂ। ਦੇਖੋ, ਹੁੰਦਾ ਹੀ ਆ ਟੈਨਸ਼ਨ, ਜਿਹੜੇ ਸਾਡੇ ਨਾਲ ਦਿਲੋਂ, ਅਸੀਂ ਜਦੋਂ ਲੋਕਾਂ ਨਾਲ ਦਿਲੋਂ ਜੁੜੇ ਹੋਏ ਆ, ਲੋਕ ਸਾਡੇ ਨਾਲ ਦਿਲੋਂ ਜੁੜੇ ਹੋਏ ਨੇ, ਸੋ ਇਸ ਲਈ ਉਹਨਾਂ ਨੂੰ ਪਤਾ ਨਹੀਂ ਟੈਨਸ਼ਨ ਹੁੰਦੀ ਆ, ਕਿਉਂਕਿ ਸਾਡੇ ਤਾਂ ਅਸੀਂ ਅੱਗੇ ਇਹ ਚੀਜ਼ ਭੁਗਤ ਚੁੱਕੇ ਆ, ਸਾਡੇ ਲਈ ਨਾਰਮਲ ਗੱਲ ਸੀਗੀ। ਕੀ ਕਹਿਣਾ ਚਾਹੁੰਦੇ ਹੋ ਆਪਣੇ ਸਮਰਥਕਾਂ ਨੂੰ, ਆਪਣੇ ਹਲਕੇ ਦੇ ਲੋਕਾਂ ਨੂੰ, ਪੰਜਾਬ ਵਾਸੀਆਂ ਨੂੰ? ਦੇਖੋ, ਅਸੀਂ ਡਟ ਕੇ ਲੋਕਾਂ ਦੇ ਨਾਲ ਖੜੇ ਆ, ਜੀ। ਪੂਰੀ ਇਮਾਨਦਾਰੀ ਦੇ ਨਾਲ। ਅਸੀਂ ਪਿਛਲੇ ਲੰਬੇ ਸਮੇਂ ਤੋਂ ਪੁਸ਼ਤਾਂ ਤੋਂ ਹੀ ਮੈਂ ਗੱਲ ਕਰ ਰਿਹਾ, ਪਰਮਾਤਮਾ ਦੀ ਬਹੁਤ ਮਿਹਰ ਆ। ਇਹ ਜਾਇਦਾਦਾਂ ਬਜ਼ੁਰਗਾਂ ਤੋਂ ਮਿਲੀਆਂ ਹੋਈਆਂ ਨੇ, ਉਹਨਾਂ ਨੇ ਸੰਭਾਲੀਆਂ, ਅਸੀਂ ਸੰਭਾਲੀਆਂ ਨੇ। ਇਮਾਨਦਾਰੀ ਨਾਲ ਕਾਰੋਬਾਰ ਕਰਦੇ ਆ। 1 ਰੁਪਈਏ ਦਾ ਕੋਈ ਇਹ ਨਹੀਂ ਕਹਿ ਸਕਦਾ ਵੀ ਅਸੀਂ ਕਦੇ ਕਿਸੇ ਜ਼ਿਮੀਂਦਾਰ ਨੂੰ, ਕਿਸੇ ਨੇ ਸਾਤੋਂ ਕੋਈ ਪਲਾਟ ਖਰੀਦਾ, ਉਹਨੂੰ ਕਦੇ ਖਰਾਬ ਕੀਤਾ ਹੋਵੇ। ਕੋਈ ਇੱਕ ਬੰਦਾ ਵੀ ਨਹੀਂ ਹੋ ਸਕਦਾ ਇਦਾਂ ਦਾ। ਸੋ ਬੜੀ ਹੀ ਇਮਾਨਦਾਰੀ ਨਾਲ ਕੰਮ ਕਰ ਰਹੇ ਆ, ਤੇ ਠੀਕ ਆ, ਦਿੱਕਤਾਂ ਤਾਂ ਆਉਂਦੀਆਂ ਰਹਿੰਦੀਆਂ ਨੇ। ਕਿਸਾਨਾਂ ਦੇ ਨਾਲ ਖੜੇ ਰਹੋਗੇ, ਹਾਲੇ ਵੀ ਖੜੇ ਰਹੋਗੇ? ਕਿਸਾਨ ਦੇਖੋ, ਬਣੇ ਹੀ ਕਿਸਾਨੀ 'ਚ ਹੋਏ ਆ। ਦੇਖੋ, ਅਸੀਂ ਠੀਕ ਆ, ਬਹੁਤ ਪਿੰਡ ਸ਼ਹਿਰ ਦੇ ਵਿੱਚ ਆਏ ਨੇ, ਪਰ ਸਾਡਾ ਪਿੰਡ ਇਹੋ ਜਿਹਾ ਵਾ ਵੀ ਇੱਥੋਂ ਦੇ ਲੋਕ ਨੇ ਜਿਹੜੇ, ਇਹਨਾਂ ਨੇ ਅੱਜ ਵੀ ਖੇਤੀ ਨਹੀਂ ਛੱਡੀ। ਮੈਂ ਆਪ ਖੇਤੀ ਕਰਦਾ ਸਾਰੀ, ਸਾਡੇ ਪਿੰਡ ਦਾ ਹਰ ਬੰਦਾ ਖੇਤੀ ਕਰਦਾ। ਇੱਥੋਂ ਵੇਚ ਕੇ ਸਾਰਿਆਂ ਨੇ ਜ਼ਮੀਨਾਂ ਲਈਆਂ ਅੱਗੇ,
ਜਿੰਨੀਆਂ ਜ਼ਮੀਨਾਂ ਸੀ ਉਦੋਂ 5 ਗੁਣਾ 10 ਗੁਣਾ ਸਾਰਿਆਂ ਨੇ ਵਧਾਈਆਂ ਨੇ। ਇਹ ਜਿਹਾ ਪਿੰਡ ਆ ਕਿ ਇੱਥੋਂ ਦੇ ਮੁੰਡੇ ਸਾਰੇ ਖੇਤੀ ਕਰਦੇ ਨੇ, ਉਹ ਸਾਡੀ ਗਾਈਡੈਂਸ ਨਾਲ ਚੱਲਦੇ ਨੇ, ਅਸੀਂ ਸਾਰੇ ਖੇਤੀ ਨਾਲ ਜੁੜੇ ਹੋਏ ਹਾਂ। ਜਿਹੜੀਆਂ ਜਾਂਚ ਏਜੰਸੀਆਂ ਨੇ ਸੈਂਟਰ ਦੀਆਂ ਨੇ, ਫਿਰ ਇਹ ਦੁਆਰਾ ਵੀ ਹੋਰ ਵੀ ਬਹੁਤ ਸਾਰੀਆਂ ਏਜੰਸੀਆਂ ਨੇ, ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੋ ਸਕਦਾ? ਖਹਿਰਾ ਸਾਹਿਬ ਤੁਸੀਂ ਦੇਖਿਆ ਕਿ ਰਿਮਾਂਡ ਤੇ ਨੇ, ਈਡੀ ਦੀ ਰੇਡ ਹੋਈ ਹੈ। ਹੋਊਗਾ ਸਾਡਾ, ਦੇਖੋ ਇਸ ਚੀਜ਼ ਨਾਲ ਸਾਡਾ ਤਾਂ ਸਿਰਫ ਜ਼ਮੀਨ ਨਾਲ ਜੁੜੇ ਹੋਏ ਆ, ਜ਼ਮੀਨ ਦਾ ਹੀ ਪੈਸਾ ਵਾ, ਜ਼ਮੀਨ ਦਾ ਹੀ ਕੰਮ ਕਰਦੇ ਆ। ਉਹੀ ਜ਼ਮੀਨਾਂ ਸ਼ਹਿਰ 'ਚ ਨੇ, ਉਹੀ ਜ਼ਮੀਨਾਂ ਸ਼ਹਿਰ 'ਚ ਨੇ। ਹੁਣ ਦੇਖੋ ਅਸੀਂ ਇੱਕ ਇਹੋ ਜਿਹੇ ਕਿਸਾਨ ਆ ਵੀ ਜਿਹੜੇ ਅਸੀਂ ਕੋਲੋਨਾਈਜ਼ਰ ਬਣੇ ਆ। ਕੋਲੋਨਾਈਜ਼ਰ ਕਿਉਂ ਬਣੇ ਆ ਕਿ ਪਿਛਲੇ ਅੱਜ ਤੋਂ 25 ਸਾਲ ਪਹਿਲਾਂ 30 ਸਾਲ ਪਹਿਲਾਂ ਜਿਹੜੇ ਕੋਲੋਨਾਈਜ਼ਰ ਆਏ ਉਹਨਾਂ ਨੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ, ਪੈਸੇ ਮਿਲਦੇ ਨਹੀਂ ਸੀ, ਬਿਆਨੇ ਹੋ ਜਾਂਦੇ ਸੀ। ਫਿਰ ਮੈਂ ਇਸ ਲਾਈਨ 'ਚ ਆਇਆ ਤੇ ਤੁਸੀਂ ਇੱਥੇ ਜਾ ਕੇ 2-3 ਪਿੰਡਾਂ 'ਚ ਪੁੱਛੋ ਵੀ ਜੀ ਤੁਸੀਂ ਜ਼ਮੀਨ ਖਰੀਦਦੇ ਆ, ਉਹਨੂੰ ਟਾਈਮ ਤੋਂ ਪਹਿਲਾਂ ਪੈਸੇ, ਹਰ ਬੰਦੇ ਨੂੰ ਅੱਗੇ ਜਾਇਦਾਦ ਵੀ ਬਣਦੀ ਆ ਤੇ ਉਹ ਬੰਦੇ ਵੀ ਸਾਡੀ ਸਲਾਹ ਨਾਲ ਚੱਲਦੇ ਆ, ਖੇਤੀ ਵੀ ਕਰ ਰਹੇ, ਪੂਰੇ ਕਾਮਯਾਬ ਨੇ। ਸੋ 2022 ਦੇ ਇਲੈਕਸ਼ਨ ਨਾਲ ਇਹਨੂੰ ਜੋੜਿਆ ਜਾ ਰਿਹਾ ਕਿਤੇ ਨਾ ਕਿਤੇ, ਇਲੈਕਸ਼ਨ ਜਿਹੜੇ ਆ ਇਸ ਕਰਕੇ ਉਹਨਾਂ ਨੇ ਕਿਹਾ ਟਾਈਮ ਟਾਰਗੇਟ। ਉਹ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਜਦੋਂ ਤੁਸੀਂ ਸੱਚੇ ਹੋ ਤੁਹਾਨੂੰ ਪਰਵਾਹ ਹੀ ਕੋਈ ਨਹੀਂ। ਵਿਰੋਧੀ ਤਾਂ ਹਾਲੇ ਵੀ ਕਹਿਣਗੇ ਪਰ ਵੀ ਕੋਈ ਕਾਰਨ ਤਾਂ ਰਿਹਾ ਹੋਣਾ। ਨਹੀਂ ਚਲੋ ਪੜਤਾਲ ਹੁਣ ਹੋਰ ਕਰਾ ਲੈਣ ਜੀ, ਚੀਜ਼ ਤਾਂ ਕਰਾਉਣੀ ਵਿਰੋਧੀ। ਮੈਂ ਤਾਂ ਕਿਹਾ ਵੀ ਦੇਖੋ ਅਸੀਂ ਨਾ ਤਾਂ ਸੈਂਟਰ 'ਚ ਸਾਡੀ ਸਰਕਾਰ ਆ ਨਾ ਪੰਜਾਬ 'ਚ, ਜਿਹੜੀ ਏਜੰਸੀ, ਮੈਂ ਤਾਂ ਅੱਜ ਤੋਂ ਜਿਸ ਦਿਨ ਸਰਕਾਰ ਬਦਲੀ ਆ ਨਾ 17 'ਚ, ਮੈਂ ਉਦੋਂ ਵੀ ਕਿਹਾ ਸੀ ਵੀ ਜਿਹੜੀ ਏਜੰਸੀ ਸਾਡੀ ਜਾਂਚ ਕਰਨੀ ਚਾਹੁੰਦੀ ਆ, ਸਾਡੀ ਜਾਇਦਾਦ ਦੀ ਕਰਨੀ ਚਾਹੁੰਦੀ ਆ, ਕਰ ਲਓ। ਉਦੋਂ ਵੀ ਕਿਹੜਾ ਨਹੀਂ ਕੋਈ ਨਹੀਂ, ਉਹਦਾ ਆਫਿਸ ਸਾਡੇ ਉੱਥੇ, ਅਸੀਂ ਸਾਰੇ ਡਾਕੂਮੈਂਟ ਆਪ ਸਾਈਨ ਕਰਨੇ ਆ ਨਾ, ਵੀ ਅਸੀਂ ਆ ਉੱਥੇ ਸਾਰੇ ਡਾਕੂਮੈਂਟ ਲੈ ਕੇ, ਜੇ ਕੋਈ ਲੈ ਕੇ ਜਾਣਾ ਕੋਈ ਤਾਂ ਸਾਨੂੰ ਸਾਈਨ ਕਰਨੇ ਪੈਂਦੇ ਆ ਨਾ, ਉਹ ਤਾਂ ਉੱਥੇ ਆਫਿਸ ਜਾਣਾ ਸੀ। ਪੂਰਾ ਕੋਆਪਰੇਟ ਕੀਤਾ ਅਯਾਲੀ ਸਾਹਿਬ? ਪੂਰਾ ਕੋਆਪਰੇਟ, ਕੋਈ ਗੱਲ ਹੀ ਨਹੀਂ ਹੋਈ। ਠੀਕ ਹੈ, ਬਹੁਤ ਧੰਨਵਾਦ। ਦੋਸਤੋ ਇਹ ਸੀਗੇ ਮਨਪ੍ਰੀਤ ਸਿੰਘ ਅਯਾਲੀ ਜਿਹੜੇ ਕਿ ਮੌਜੂਦਾ ਐਮਐਲਏ ਹੈਗੇ। ਉਹਨਾਂ ਨੇ ਕਲੀਅਰ ਕੱਟ ਜੋ ਕਿਹਾ, ਜੋ ਆਰੋਪ ਲਗਾਏ ਜਾਂ ਜੋ ਜਿਹੜਾ ਹੈਗਾ ਜਿਹੜੀ ਸੈਂਟਰ ਦੀ ਏਜੰਸੀਆਂ ਹੈਗੀਆਂ ਉਹਨਾਂ ਦੇ ਬਾਰੇ ਕਿਹਾ, ਉਹ ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਰੂਬਰੂ ਕਰਾਈਆਂ। ਹਾਲਾਂਕਿ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਦੂਸਰੇ ਜਿਹੜੇ ਕੋਲੋਨਾਈਜ਼ਰ ਸਨਵਿਊ ਤੇ ਹੈਗੀ ਹੈ ਉਹ ਰੇਡ ਹਜੇ ਤੱਕ ਚੱਲ ਰਹੀ ਹੈ। ਉਹਨਾਂ ਨੇ ਬਹੁਤ ਸਾਰੀਆਂ ਹੋਰ ਵੀ ਜੋ ਗੱਲਾਂ ਕੀਤੀਆਂ ਉਹ ਅਸੀਂ ਤੁਹਾਡੇ ਤੱਕ ਰੂਬਰੂ ਕੀਤੀਆਂ। ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।